हेलो स्टूडेंट्स, आज आप टॉपिक स्टार्ट करांगे प्रॉपर्टी ऑफ डिवीजन एक्सरसाइज 2.3। फस्ट अपनी प्रॉपर्टी आ जाती है क्लोजर प्रॉपर्टी। ਆਪਾਂ ਐਡੀਸ਼ਨ ਦੇ ਵਿੱਚ ਪੜ੍ਹਿਆ ਸੀ a + b = c, ਮਤਲਬ ਦੋ ਚੀਜ਼ਾਂ ਦਾ ਜੇ ਸਮ ਕਰਦੇ ਸੀ ਜਾਂ ਮਲਟੀਪਲਾਈ ਕਰਦੇ ਸੀ ਆਪਣੇ ਕੋਲ ਹੋਲ ਨੰਬਰ ਆਉਂਦਾ। ਠੀਕ ਆ, ਬਟ ਇਹਦੇ ਵਿੱਚ ਕੀ ਹੈ, ਜਿੱਦਾਂ 9 ਠੀਕ ਹੈ ਡਿਵਾਈਡ ਕਰਤਾ 4 ਤੇ ਤਾਂ ਆਪਣੇ ਕੋਲ ਡਿਵਾਈਡ ਨਹੀਂ ਨਾ ਹੁੰਦਾ, ਤਾਂ ਇਹਦਾ ਮਤਲਬ ਕੀ ਹੈ ਕਿ ਹੋਲ ਨੰਬਰ ਨਹੀਂ ਆਊਗਾ, ਮਿਕਸਡ ਫਰੈਕਸ਼ਨ 'ਚ ਆ ਜਾਊਗਾ। ਠੀਕ ਆ, ਤਾਂ ਆਪਾਂ ਕੀ ਆ ਇਹ ਮੰਨ ਕੇ ਚੱਲਾਂਗੇ ਕਿ ਡਿਵੀਜ਼ਨ ਦੇ ਵਿੱਚ ਜਿਹੜੀ ਪ੍ਰੋਪਰਟੀ ਆ ਹੋਲਡ ਨਹੀਂ ਕਰਦੀ, ਕੁਛ ਕੁ ਕੇਸਿਸ ਦੇ ਵਿੱਚ ਕਰਦੀ ਹੈ, ਜਿੱਦਾਂ ਜਿਹੜੀ ਡਿਵਾਈਡ ਹੋ ਜਾਂਦੀ ਹੈ ਫੁੱਲ, ਜਿੱਦਾਂ 6 / 2 ਹੈ ਨਾ, ਤਾਂ 3 ਬਣ ਗਿਆ ਤਾਂ ਉਹ ਹੋਲ ਨੰਬਰ ਆ ਗਿਆ, ਤਾਂ ਉਹਦੇ ਨਾਲ ਦੇ ਲਈ ਹੋਲਡ ਕਰਦੀ ਹੈ। ਅੱਗੇ ਆ ਗਿਆ ਕਮੂਟੇਟਿਵ ਪ੍ਰੋਪਰਟੀ। ਕਮੂਟੇਟਿਵ ਪ੍ਰੋਪਰਟੀ ਆਪਣੇ ਕੋਲ ਕੀ ਹੁੰਦਾ, a + b = b + a, ਜਾਂ a × b = b × a। ਬਟ ਇਹਨਾਂ ਕੇਸਿਸ ਦੇ ਵਿੱਚ ਕੀ ਆ, ਜੇ ਆਪਾਂ a ਨੂੰ ਡਿਵਾਈਡ ਕਰਦੇ ਹਾਂ b ਦੇ ਨਾਲ, 6 ਤਾਂ ਡਿਵਾਈਡ ਹੋ ਗਿਆ 2 ਤੇ, ਬਟ 2 ਜਿਹੜਾ ਉਹ 6 ਤੇ ਡਿਵਾਈਡ ਨਹੀਂ ਨਾ ਹੁੰਦਾ, ਮਤਲਬ 6 ਦੇ ਟੇਬਲ 'ਤੇ 2 ਆਉਂਦਾ, ਬਟ 2 ਦੇ ਟੇਬਲ 'ਤੇ ਮਤਲਬ 6 ਦੇ ਟੇਬਲ 'ਤੇ 2 ਨਹੀਂ ਆਉਂਦਾ ਗਾ। ਠੀਕ ਆ, ਤਾਂ ਆਪਣੇ ਕੋਲ 3 ਆ ਜਾਂਦਾ, ਬਟ ਇੱਥੇ ਆਨਸਰ ਨਹੀਂ ਆਉਂਦਾ ਗਾ, ਨਾ ਹੀ ਐਸੋਸ਼ੀਏਟਿਵ ਪ੍ਰੋਪਰਟੀ। ਅੱਗੇ ਆ ਗਿਆ ਪ੍ਰੋਪਰਟੀ ਆਫ 1। ਕੀ ਆ, 4 / 1 = 4। ਜਿੱਦਾਂ a ਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ 1 'ਤੇ, ਤਾਂ ਆਪਣੇ ਕੋਲ a ਹੀ ਆਇਆ। a ਕੀ ਸੀਗਾ, 4 ਸੀਗਾ। ਜੇ 6 ਡਿਵਾਈਡ ਕਰ ਦਾਂਗੇ 1, ਤਾਂ ਇਹਦੇ ਲਈ ਜਿਹੜੀ ਡਿਵੀਜ਼ਨ ਦੇ ਲਈ ਇਕੱਲੀ ਪ੍ਰੋਪਰਟੀ ਇਹ ਹੋਲਡ ਕਰਦੀ ਆ। ਜਿੱਦਾਂ ਪ੍ਰੋਪਰਟੀ ਆਫ 0 ਆ ਗਿਆ, ਉਹਦੇ 'ਚ ਐਡੀਸ਼ਨ ਤਾਂ ਹੈ ਨਹੀਂ ਸੀਗਾ ਨਾ, ਐਡੀਸ਼ਨ 'ਚ ਸੀਗਾ ਜਿੱਦਾਂ a + 0 ਕਰ ਦਾਂਗੇ ਤਾਂ ਸੇਮ ਹੀ ਆਊਗਾ, ਜਾਂ ਠੀਕ ਆ ਉਹਦੇ 'ਚ a + 0 ਹੁੰਦਾ ਸੀ, ਬਟ ਇਹਦੇ ਵਿੱਚ ਕੀ ਆਊਗਾ, a × 0, ਤਾਂ ਆਪਣਾ ਆਨਸਰ ਕੀ ਆ ਜਾਊਗਾ, 0। ਤਾਂ ਡਿਵੀਜ਼ਨ ਦੇ ਵਿੱਚ ਵੀ ਇੱਦਾਂ ਹੀ ਆ, ਜੇ 0 ਡਿਵਾਈਡ a ਕਰਦੇ ਹਾਂ ਤਾਂ ਆਪਣੇ ਕੋਲ ਆਨਸਰ ਕੀ ਆ ਗਿਆ, 0। ਬਟ ਜੇ a ਡਿਵਾਈਡ 0 ਕਰਦੇ ਹਾਂ ਤਾਂ ਉਹਦਾ ਆਨਸਰ ਨਹੀਂ ਆਊਗਾ। ਅੱਗੇ ਆ ਗਿਆ ਆਪਣੇ ਕੋਲ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਆਰ ਇਨਵਰਸ। ਇਹਦੇ ਵਿੱਚ ਕੀ ਆ, ਦੇਖੋ a / b ਆ। ਠੀਕ ਆ, ਆਪਣੇ ਕੋਲ ਜਿੱਦਾਂ ਸਟੇਟਮੈਂਟ ਦੇਤੀ ਇੱਥੇ 16 / 4। ਠੀਕ ਆ, ਇਹਨੂੰ ਆਪਾਂ ਇਹਦੇ 'ਚ ਵੀ ਲਿਖ ਸਕਦੇ ਹਾਂ ਮਲਟੀਪਲੀਕੇਸ਼ਨ ਦੇ ਵਿੱਚ। ਕਿੱਦਾਂ, ਆਪਾਂ ਨੂੰ ਪਤਾ ਆਪਣਾ ਆਨਸਰ ਆ ਜਾਊਗਾ 15, ਤਾਂ 15 × 4 ਲਿਖ ਲਓ ਤਾਂ ਆਪਣਾ ਆਨਸਰ ਕੀ ਆ ਗਿਆ, 16 ਆ ਗਿਆ। ਠੀਕ ਆ, ਜਿੱਦਾਂ ਹੋਰ ਦੇਖ ਲਓ 18 / 2 ਆ, ਆਪਣਾ ਆਨਸਰ ਕਿੰਨਾ ਆ ਗਿਆ, 9 ਆ ਗਿਆ। ਜਦ 9 ਆ ਗਿਆ ਤਾਂ ਆਪਾਂ 9 ਨੂੰ ਜੇ ਮਲਟੀਪਲਾਈ ਕਰ ਦਾਂਗੇ 2 ਦੇ ਨਾਲ, ਇੱਧਰ ਡਿਵੀਜ਼ਨ = ਤੋਂ ਜਦੋਂ ਦੂਸਰੀ ਸਾਈਡ ਜਾਂਦਾ ਵਾ, ਠੀਕ ਆ, ਤਾਂ ਉਹ ਮਲਟੀਪਲਾਈ ਦਾ ਸਾਈਨ ਬਣ ਗਿਆ, ਤਾਂ ਵੀ ਕੀ ਆ ਗਿਆ, ਆਪਣਾ ਆਨਸਰ 18 ਹੀ ਆ ਗਿਆ। ਅੱਗੇ ਇੱਕ ਸਾਨੂੰ ਸਮ ਆਉਂਦੇ ਆ ਡਿਵੀਜ਼ਨ ਐਲਗੋਰਿਥਮ। ਇਹਦਾ ਫਾਰਮੂਲਾ ਵਾ ਡਿਵਾਈਡ ਐਂਡ ਮਤਲਬ ਜਿਹਨੂੰ ਆਪਾਂ ਡਿਵਾਈਡ ਕਰਨਾ ਵਾ, ਡਿਵੀਜ਼ਰ ਕਿੰਨੇ 'ਤੇ ਕਰਨਾ, ਕੋਸ਼ੈਂਟ ਕੀ ਆ, ਕਿੰਨਾ ਆਨਸਰ ਆਪਣਾ ਆਇਆ। ਠੀਕ ਆ, ਅਤੇ ਰਿਮਾਈਂਡਰ ਕੀ ਆ, ਕਿੰਨਾ ਬਾਕੀ ਬਚ ਗਿਆ। ਜਿੱਦਾਂ ਹੁਣ 7 ਆ, 7 ਕੀ ਹੋ ਗਿਆ, ਡਿਵਾਈਡ ਐਂਡ ਹੋ ਗਿਆ। ਡਿਵੀਜ਼ਰ ਕੀ ਹੋ ਗਿਆ, 2। ਕੋਸ਼ੈਂਟ ਕੀ ਹੋ ਗਿਆ, 3, ਅਤੇ ਰਿਮਾਈਂਡਰ ਕੀ ਆ ਗਿਆ, 1। 2 × 3, ਡਿਵੀਜ਼ਰ ਅਤੇ ਕੋਸ਼ੈਂਟ ਦੀ ਮਲਟੀਪਲਾਈ ਕਰਨੀ ਹੈ, ਜਿੰਨਾ ਰਿਮਾਈਂਡਰ ਆਇਆ ਉਹਦੇ 'ਚ ਐਡ ਕਰ ਦੇਣਾ। ਰਿਪੀਟਡ ਸਬਟਰੈਕਸ਼ਨ 6 / 2। ਠੀਕ ਆ, ਇਹਦੇ ਵਿੱਚ ਕੀ ਆ ਕਿ ਡਿਵਾਈਡ ਨਹੀਂ ਕਰਕੇ ਦੇਖਣਾ, ਕੀ ਕਰਨਾ, ਜਿੱਦਾਂ 6 ਆ, ਕਿੰਨੇ ਨਾਲ ਡਿਵਾਈਡ ਕਿਆ, ਉਹ ਮਾਈਨਸ ਕਰਦੇ ਜਾਣਾ। ਜਿੱਦਾਂ 6 - 2 ਕਿੰਨਾ ਆ ਗਿਆ, 4। 4 ਦੇ ਵਿੱਚੋਂ ਫਿਰ 2 ਮਾਈਨਸ ਕਰਤਾ, ਕਿੰਨਾ ਆਨਸਰ ਆ ਗਿਆ, 2। ਫਿਰ 2 ਦੇ ਵਿੱਚੋਂ 2 ਮਾਈਨਸ ਕਰਤਾ, ਕਿੰਨਾ ਆਨਸਰ ਆ ਗਿਆ, 0। ਤਾਂ ਆਪਣੇ ਕੋਲ 3 ਸਟੈਪ ਦੇ ਵਿੱਚ ਆਨਸਰ ਆਇਆ, ਤਾਂ ਇਹਦਾ ਮਤਲਬ ਆਪਣਾ ਆਨਸਰ ਕੀ ਆ ਗਿਆ, 3 ਆਨਸਰ ਆ ਗਿਆ। ਉੱਦਾਂ ਵੀ ਆਪਾਂ ਜੇ 6 ਨੂੰ ਡਿਵਾਈਡ ਕਰਦੇ 2 ਦੇ ਨਾਲ ਤਾਂ ਕਿੰਨਾ ਆਉਂਦਾ, 3 ਆਉਂਦਾ। ਨੈਕਸਟ ਤੁਹਾਨੂੰ ਸਮ ਆ ਜਾਂਦਾ ਐਕਸਰਸਾਈਜ਼ 2.3 ਦਾ, ਡਿਵਾਈਡ ਦੀ ਫੋਲੋਇੰਗ ਐਂਡ ਵੇਰੀਫਾਈ ਯੂਜ਼ਿੰਗ ਡਿਵੀਜ਼ਨ ਐਲਗੋਰਿਥਮ। ਡਿਵਾਈਡ ਕਰਨਾ ਅਤੇ ਡਿਵੀਜ਼ਨ ਐਲਗੋਰਿਥਮ ਦੇ ਰਾਹੀਂ ਉਹਨੂੰ ਕੀ ਆ, ਵੇਰੀਫਾਈ ਕਰਨਾ। ਮੰਨ ਲਓ ਜੇ ਕਿਸੇ ਦਾ ਰਿਮਾਈਂਡਰ ਆ ਜਾਂਦਾ ਤਾਂ ਠੀਕ ਆ, ਜਿੱਦਾਂ ਇਹ ਆ। ਠੀਕ ਆ, ਇਹਨੂੰ ਮੈਂ ਡਿਵਾਈਡ ਕੀਤਾ ਹੋਇਆ। ਠੀਕ ਆ, ਡਿਵੀਜ਼ਨ ਤੁਹਾਨੂੰ ਸਾਰਿਆਂ ਨੂੰ ਹੀ ਆਉਂਦੀ ਹੈ। ਠੀਕ ਆ, ਕਿਉਂਕਿ ਪਿਛਲੀ ਕਲਾਸਿਸ ਕਰਕੇ ਆਏ ਹਾਂ। ਡਿਵਾਈਡ ਐਂਡ 'ਤੇ ਕੀ ਸੀਗਾ ਆਪਣੇ ਕੋਲ, 7 4 8 5। ਡਿਵੀਜ਼ਰ ਕੀ ਆ, ਜਿਹਦੇ ਨਾਲ ਕਰ ਰਹੇ ਹਾਂ 15, ਕਿੰਨਾ ਆਨਸਰ ਆਇਆ, 4 9 9। ਰਿਮਾਈਂਡਰ ਤਾਂ 0 ਹੀ ਸੀ, ਇਹਨੂੰ ਮਲਟੀਪਲਾਈ ਕਰਕੇ ਦੇਖ ਲਓ, ਤੁਹਾਡਾ ਸੇਮ ਆਨਸਰ ਬਣ ਜੂ। ਨੈਕਸਟ ਸਮ ਆ ਤੁਹਾਡਾ 4 9 6 7 ਡਿਵਾਈਡ 23। ਇਹ 23 ਦੇ ਨਾਲ ਮੈਂ ਡਿਵਾਈਡ ਕੀਤਾ, ਬਟ ਆਪਣਾ ਇੱਥੇ ਕੀ ਰਿਮਾਈਂਡਰ ਬਚ ਗਿਆ 137। ਤਾਂ ਇਹਦੇ ਵਿੱਚ ਕੀ ਆ, ਡਿਵਾਈਡ ਐਂਡ ਡਿਵੀਜ਼ਰ ਨੂੰ D ਲਿਖ ਲਓ, ਕੋਸ਼ੈਂਟ ਨੂੰ Q ਲਿਖ ਲਓ, ਅਤੇ ਰਿਮਾਈਂਡਰ ਨੂੰ R ਲਿਖ ਲਓ। 23 ਕੋਸ਼ੈਂਟ ਕਿੰਨਾ 215, ਰਿਮਾਈਂਡਰ ਕਿੰਨਾ 22। ਠੀਕ ਆ, ਸੌਰੀ ਇੱਥੇ ਮੈਂ 137 ਕਹਿ ਗਈ, ਰਿਮਾਈਂਡਰ ਕਿੰਨਾ ਆਪਣਾ 22।
ਇਹਨੂੰ ਜਦੋਂ ਮਲਟੀਪਲਾਈ ਕਰੋਗੇ ਤੁਹਾਨੂੰ ਮਲਟੀਪਲਾਈ ਕਰਨਾ ਔਖਾ ਲੱਗੂਗਾ ਕਿ ਇਹਨੂੰ ਇੰਨੇ ਨਾਲ। ਤੁਸੀਂ ਕੀ ਕਰਨਾ, ਆ ਜਿਹੜਾ ਜਿਹਦੇ ਨਾਲ ਆਪਾਂ ਡਿਵਾਈਡ ਕਰਨਾ ਸੀ ਇਹਦੇ 'ਚ ਜਿੰਨਾ ਰਿਮਾਈਂਡਰ ਆਇਆ ਉਹ ਮਾਈਨਸ ਕਰ ਦਿਓ, ਤੁਹਾਡਾ ਇੱਥੇ ਆਨਸਰ ਲਿਖਿਆ ਜਾਊਗਾ, ਉਹਦੇ 'ਚ 22 ਐਡ ਕਰ ਦਿਓ ਤਾਂ ਤੁਹਾਡਾ ਸੇਮ ਜਿਹੜੀ ਆਹ ਸਟੇਟਮੈਂਟ ਬਣ ਜੂਗੀ। ਠੀਕ ਆ, ਅੱਗੇ ਆ ਇਹਦੀ ਵੀ ਮੈਂ ਡਿਵੀਜ਼ਨ ਕੀਤੀ ਹੋਈ ਆ, ਬਸ ਤੁਸੀਂ ਡਿਵਾਈਡ ਐਂਡ ਜਿਹੜਾ ਉਹ ਆਪਣੇ ਆਪ ਫਾਈਂਡ ਕਰ ਲੈਣਾ ਵਾ। ਠੀਕ ਆ, ਉਸ ਤੋਂ ਬਾਅਦ ਕੀ ਆ ਗਿਆ ਆਪਣੀ ਨੈਕਸਟ ਬਾਕਸ ਬਾਈ ਰਿਪੀਟਡ ਸਬਟਰੈਕਸ਼ਨ, ਜਿੱਦਾਂ 6 ਵਾਲਾ ਕਰਿਆ ਸੀ। 6 ਵਾਲਾ ਇਹ ਸਮ ਤਾਂ ਮੈਂ ਸੋਲਵ ਕਰਤਾ ਹੋਇਆ। ਠੀਕ ਆ, ਇਹ ਸਮ ਵੀ ਸੋਲਵ ਕਰਤਾ, ਇਹ ਵੀ ਕਰਤਾ। ਠੀਕ ਆ, ਇਹਦੇ 'ਚ ਦੇਖੋ ਜਿੱਦਾਂ 144 ਆ। ਠੀਕ ਆ, ਇਹਨੂੰ ਮੈਂ ਇੱਦਾਂ ਸਟੈਪ ਵਾਈਜ਼ ਕੀਤਾ। ਫਸਟ ਪਹਿਲਾਂ 12 ਮਾਈਨਸ ਕਰਤਾ, ਕਿੰਨਾ ਆ ਗਿਆ 132 ਆ ਗਿਆ, ਫਿਰ 120 ਆ ਗਿਆ, ਫਿਰ 108, ਫਿਰ 96, ਫਿਰ 84, ਫਿਰ 72, 60, 48, 36। ਤੁਸੀਂ ਇੱਕ ਲਾइन वाइज च चलना। ठीक है, जिदा इदा नहीं मेरे वांगू नहीं इदा लिखना है। ठीक है, 36 आ गया, फिर 24, मतलब टोटल 12 स्टैप्स आए थे। 12 स्टैप्स का अपना आंसर की है 12 आ गया। तो अगे आ गया 24। ठीक है, अपन उदा भी वैसे पता कि 6 आऊगा। हुण आप देख लैने 24 दे विचों 4 माइनस करता 20 आ गया, फिर 20 दे विचों 4 माइनस करता 16 आ गया, 16 दे विचों 4 माइनस करता 12 आ गया, 12 दे विचों 4 माइनस करता 8 आ गया, 8 ਦੇ ਵਿੱਚੋਂ 4 ਮਾਈਨਸ ਕਰਤਾ 4 ਆ ਗਿਆ, ਫਿਰ 4 ਦੇ ਵਿੱਚੋਂ 4 ਮਾਈਨਸ ਕਰਤਾ 0 ਆ ਗਿਆ। ਕਿੰਨੇ ਸਟੈਪ ਆ ਗਏ ਟੋਟਲ 6 ਕਰਤੇ, ਤਾਂ ਆਪਣਾ ਆਨਸਰ ਕੀ ਆ ਗਿਆ 6 ਆ ਗਿਆ। ਨੈਕਸਟ ਆ ਥਰਡ ਬਾਕਸ ਡਿਵਾਈਡ ਐਂਡ ਚੈੱਕ ਯੂਅਰ ਆਨਸਰ ਬਾਈ ਕੋਰਸਪੋਂਡਿੰਗ ਮਲਟੀਪਲੀਕੇਸ਼ਨ ਇਨ ਈਚ ਆਫ ਦੀ ਫੋਲੋਇੰਗ। ਡਿਵਾਈਡ ਕਰਨਾ ਅਤੇ ਕੋਰਸਪੋਂਡਿੰਗ ਮਲਟੀਪਲੀਕੇਸ਼ਨ ਵੀ ਸ਼ੋ ਕਰਨੀ ਹੈ। ਜਿੱਦਾਂ ਇਹ ਆ 390 399 ਨੂੰ 1001 ਦੇ ਨਾਲ ਕਰਨਾ। पहला 3 ਤੇ कर लिया, इन्ना आंसर आ गया, फिर 3 चो 3 माइनस करते 0 0, इतने 9 आ गया, फिर 9 ਤੇ करता तो इन्ना आ गया। हुण आपां की करना, चैक करना आंसर बाय कोरसपोंडिंग मल्टीप्लिकेशन। अपने कोल आ स्टेटमेंट सी, अपना आंसर किहदे इक्वल आ गया 39 ਦੇ, ਤਾਂ ਆਪਾਂ ਕੀ ਲਿਖ ਸਕਦੇ ਹਾਂ 39। ਇੱਧਰ ਡਿਵੀਜ਼ਨ ਦਾ ਸਾਈਨ ਸੀ, ਇਹ ਸਾਈਨ ਜਦੋਂ ਉੱਧਰ ਜਾਊਗਾ ਇਕੁਅਲ ਟੂ ਤਾਂ ਕਾਹਦਾ ਬਣ ਗਿਆ ਮਲਟੀਪਲਾਈ ਦਾ। ਇਹਨਾਂ ਦੋਨਾਂ ਨੂੰ ਡਿਵਾਈਡ ਕਰੋਗੇ ਫਿਰ ਵੀ ਤੁਹਾਡਾ ਆਂਸਰ ਕੀ ਬਣੂਗਾ, ਇੰਨਾ ਹੀ ਬਣੂਗਾ। ਨੈਕਸਟ ਸਮ ਜਿੱਦਾਂ 93575। ਠੀਕ ਹੈ, ਇਹਨੂੰ ਡਿਵੀਜ਼ਨ ਕਰਤਾ ਬਟ ਆਪਣੇ ਕੋਲ ਇਹਦਾ ਰਿਮਾਈਂਡਰ ਬਚ ਗਿਆ, ਤਾਂ ਇਹ ਆਪਾਂ ਕਿੱਦਾਂ ਲਿਖਾਂਗੇ। ਦੇਖੋ ਇਹਨੂੰ ਡਿਵਾਈਡ ਕੀਤਾ, ਇੰਨਾ ਆਪਣੇ ਕੋਲ ਆਂਸਰ ਆਇਆ, ਪਲੱਸ ਮੈਂ ਕੀ ਕਰਤਾ ਜਿਹੜਾ ਰਿਮਾਈਂਡਰ ਆ ਇੱਧਰ ਸੀਗਾ ਆਪਾਂ ਹੁਣੇ ਹੀ ਕਰ ਚੁੱਕੇ ਹਾਂ ਨਾ ਡਿਵੀਜ਼ਨ ਐਲਗੋਰਿਥਮ ਦੇ ਵਿੱਚ। ਡਿਵਾਈਜ਼ਰ ਨੂੰ ਕਾਹਦੇ ਨਾਲ ਮਲਟੀਪਲਾਈ ਕਰਨਾ, ਕੋਸ਼ੈਂਟ ਦੇ ਨਾਲ। ਤਾਂ ਡਿਵੀਜ਼ਰ ਆਪਣੇ ਕੋਲ ਆ ਆਇਆ ਸੀ, ਕੋਸ਼ੈਂਟ ਏ ਆ, ਤਾਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਤਾ, ਰਿਮਾਈਂਡਰ ਇਹਦੇ 'ਚ ਕੀ ਆ ਐਡ ਕਰਤਾ। ਨੈਕਸਟ ਸਮ ਠੀਕ ਹੈ, ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਆਨਸਰ ਆ ਗਿਆ। ਠੀਕ ਆ, ਉਸ ਤੋਂ ਬਾਅਦ ਮੇਰੇ ਕੋਲ ਜਿੱਦਾਂ ਵਾ ਇਹਦਾ ਹੀ ਥਰਡ ਪਾਰਟ 59900 ਮਲਟੀਪਲਾਈ 100। ਪਹਿਲਾਂ ਆਪਾਂ ਨੂੰ ਸਿੱਧਾ ਹੀ ਪਤਾ 5 ਤੇ ਜਾਊਗਾ, ਹੁਣ ਕਿੰਨੇ ਤੇ ਜਾਊ 9 ਤੇ, ਕਿਉਂਕਿ 900 ਬਣ ਜੂ। ਫਿਰ ਕਿੰਨੇ ਤੇ ਗਿਆ 9 ਤੇ, मतलब अपना ਜਿਹੜਾ ਇੱਥੇ ਚੈੱਕ ਕਰਨਾ ਆਨਸਰ ਬਾਈ ਕੋਰਸਪੋਂਡਿੰਗ ਮਲਟੀਪਲੀਕੇਸ਼ਨ 5990 ਡਿਵਾਈਡ 100 ਕਿਹਦੇ ਇਕੁਅਲ ਆ ਗਿਆ 599। ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਕੋਰਸਪੋਂਡਿੰਗ ਮਲਟੀਪਲੀਕੇਸ਼ਨ। ਇਹ ਡਿਵਾਈਡ ਦਾ ਸਾਈਨ ਸੀ, ਉੱਧਰ ਜਾ ਕੇ ਕੀ ਬਣ ਗਿਆ ਮਲਟੀਪਲਾਈ, ਤਾਂ ਆਪਣਾ ਆਨਸਰ ਕਿੰਨਾ ਬਣ ਗਿਆ ਇੰਨਾ। ਅੱਗੇ ਆ ਸਟੇਟਮੈਂਟ ਦਿੱਤੀ, ਕਹਿੰਦੇ ਪ੍ਰੋਡਕਟ ਆਫ 2 ਨੰਬਰ ਇਜ਼ 5 to 7 ਐਂਡ ਇਫ 1 ਨੰਬਰ ਇਜ਼ 17 ਫਾਈਂਡ ਅਦਰ ਨੰਬਰ। ਆਪਾਂ ਇੱਥੇ ਲਿਖ ਲੈਂਦੇ ਹਾਂ ਪ੍ਰੋਡਕਟ ਆਫ, ਤੁਸੀਂ ਵੀ ਨਾਲ ਦੀ ਨਾਲ ਫੇਅਰ ਨੋਟਬੁੱਕ 'ਤੇ ਲਿਖਦੇ ਜਾਇਆ ਕਰੋ। ਠੀਕ ਆ, ਪ੍ਰੋਡਕਟ ਆਫ 2 ਨੰਬਰ ਕਿੰਨਾ 5 to 7। ਪ੍ਰੋਡਕਟ ਦਾ ਮਤਲਬ ਕੀ ਹੋ ਗਿਆ A ਮਲਟੀਪਲਾਈ B ਇਜ਼ ਇਕੁਅਲ ਟੂ 5 to 7। 1 ਨੰਬਰ ਕੋਈ ਵੀ ਮੰਨ ਲਓ A ਦੀ ਜਗ੍ਹਾ 'ਤੇ ਲਿਖ ਲਓ 17, ਅਦਰ ਨੰਬਰ ਕੀ ਆ ਜੀ ਜਿੱਦਾਂ A ਨੂੰ ਮੰਨ ਲੈਂਦੇ ਆਪਾਂ 17, B ਆਪਣੇ ਕੋਲ ਉੱਦਾਂ ਹੀ B ਦੀ ਵੈਲਿਊ ਕੀ ਆ ਜੀ, ਇੱਧਰ ਮਲਟੀਪਲਾਈ ਹੋ ਰਿਹਾ ਤਾਂ ਉੱਧਰ ਜਾ ਕੇ ਕੀ ਬਣ ਜੂਗਾ ਡਿਵਾਈਡ ਬਣ ਜੂ। ਇਹਨੂੰ ਤੁਸੀਂ ਸੋਲਵ ਕਰ ਲਿਓ।
ठीक है। डिवाइड तुहानूं सारिਆਂ ਨੂੰ करना ही आउंदा वा, ठीक है। अगे आ गया, जे ना भी होए मैनूं दस दिओ, ठीक है, मैं दस दूँगी। अगे आ गया अपने कोल ऑन डिवाइडिंग अ नंबर ऑफ 88, अपने कोल कोशेंट कितना आ गया 49, रिमाइंडर कितना आ गया 7, डिवीज़र लिख सकते हैं आप, है ना 88। वट इज़ नंबर, मतलब किन्ने नंबर से आप डिवाइड किया, तो अपने को सेम आप डिवीजन एल्गोरिथम का फॉर्मूला ला देंगे, की ला देंगे, डिवाइडेंड इक्वल टू डिवीज़र मल्टीप्लाई कोशेंट, क्यों पाता इतने रिमाइंडर की आर पाती, डिवीज़र कितना 88 मल्टीप्लाई क्यों 49 प्लस आर कितना 7, इनू इतना मल्टीप्लाई कर लो, उस 7 ऐड कर दो, थोड़ा की है आंसर आ जी 6 आ। फिलिंग दी ब्लैंक्स, ठीक है, ये डिवाइड ही करने वाली, इन्होंने तुसी खुद सॉल्व करना है, ठीक है। अगे आ गया 7th सम, फाइंड लीस्ट 4 डिजिट नंबर विच इज़ एग्जैक्टली डिविजिबल बाय 41। आप ये सम लिख लें 7th, ठीक है। अपने को की उन्होंने कहा वा लीस्ट, लीस्ट मीनस घट, जे लीस्ट होवे तो मतलब जो 10,000 आप इदा दी लैनिया, वो जे 4 डिजिट गए वो अकॉर्डिंग लै लेना, जे लारजेस्ट आ फिर 99 वाली स्टेटमेंट के लिखना। हम आपने 4 डिजिट नंबर क्या, तो एग्जैक्टली डिविजिबल किहदा होना चाहिए 46 का, आप लीस्ट 4 डिजिट नंबर की लिख लिया 1000, तो 4 डिजिट बन गया, डिविजिबल किहदा होना चाहिए 41 का, तो इनू डिवाइड आर ऑफ कम साइड ते लाइन मार के कर लेना, 41 ते डिवाइड करता, पहला 2 ते गया 82 आ जाऊगा, फिर 180 164 किन्ने ते गया 4 ते, ठीक है, कितना बच गया 16 बच गया। तो किद्दां फाइंड करना, जिहड़ा तुहाडा आंसर आ अपने कोल डिवीज़र सीगा, इहदे चों 16 माइनस कर दो, कितना आंसर आ गया 984, ठीक है। फिर 41 दे विचों आपां की माइनस कर देने 16, कितना आंसर आ गया 25, ठीक है। तो ये आपां काहदे च ऐड कर देना, जिहड़ा अपना 1000 सीगा 1025, तो जिहड़ा 1025 वो परफेक्टली डिविजिबल किहदा आ जाऊगा 41 का, तुसीं इत्थे शो भी कर सकते हो रफ कम दे विच 41 नाल डिवाइड करके देख लो, चैक करना आंसर। अगे 8th स्टेटमेंट है की क्या, लारजेस्ट 5 डिजिट नंबर, लारजेस्ट 5 डिजिट नंबर की आ जाऊगा 5 9s, की आ जाऊगा 5 9s, एग्जैक्टली डिविजिबल किहदा होना चाहिए वा 653 का, ठीक है, यही लिखा ना, डिविजिबल किहदा होना चाहिए 653 का होना चाहिए अपने को, आप लिख लें 9 9, ये तुसीं रफ कम ते साइड ते लाइन मार के करना 653, आपको पता पहला ही किहदे ते जाऊगा 1 ते, 653 आ गया, फिर 3 4 6 9 आ जाऊ, 3 2 6 5 आ जाऊगा, किन्ने ते डिवाइड करके 15 ते डिवाइड करके, ठीक है। नैक्सट तुसीं देख लेना 2 0 4 9 1 9 5 9 आ जाऊगा, ठीक है, 3 ते ही आऊगा, ठीक है, कितना बाकी बच गया अपने को 90 बाकी बच गया। तो आपां की करना, जिहड़ी अपनी स्टेटमेंट सी ये स्टेटमेंट सी, ये 90 माइनस कर दो 9909 आंसर आ जाएगा बेटा, ठीक है। अगे आ गया 9th सम, ये की क्या, वट मस्ट बी सबट्रैक्टेड फ्रॉम 46086 टू मेक इट परफेक्टली डिविजिबल
मतलब 46086 ਦੇ ਚੋਂ ਕਿੰਨਾ ਮਾਈਨਸ ਕਰੀਏ ਕਿ ਉਹ ਪਰਫੈਕਟਲੀ ਡਿਵੀਜ਼ੀਬਲ ਬਣ ਜੇ 356 ਦਾ। ਕੀ ਬਣ ਜੇ 356 ਦਾ। ਆਪਾਂ ਜਿੱਦਾਂ ਸਟੇਟਮੈਂਟ ਲਿਖ ਲੈਂਦੇ ਹਾਂ ਇੱਥੇ, ਠੀਕ ਆ। ਪਹਿਲਾਂ ਆਪਣੇ ਕੋਲ ਹੈ ਕੀ ਆ 46086 ਆ, ਠੀਕ ਆ। ਤੁਹਾਨੂੰ ਡਿਵਾਈਡ ਸਾਰਿਆਂ ਨੂੰ ਕਰਨੀ ਆਉਂਦੀ ਹੈ, ਜੇ ਕਿਸੇ ਨੂੰ ਡਿਵਾਈਡ ਨਾ ਕਰਨੀ ਆਉਂਦੀ ਹੋਈ ਤਾਂ ਪਲੀਜ਼ ਦੱਸ ਦਿਓ। ਹੁਣ ਆਪਾਂ ਅੱਗੇ ਲਿਖਦੇ ਹਾਂ ਕੀ ਆ ਵਟ ਮਸਟ ਬੀ ਸਬਟਰੈਕਟਡ ਫਰੋਮ, ਠੀਕ ਆ। ਤਾਂ ਆਪਾਂ ਲਿਖ ਲੈਂਦੇ ਹਾਂ ਇੱਥੇ ਜਿਹੜਾ ਸਮ 9th ਸਮ ਸਟਾਰਟ ਹੋ ਜਾਂਦਾ ਆਪਣਾ ਇੱਥੇ, ਠੀਕ ਆ। ਆਪਣੇ ਕੋਲ ਕੀ ਸੀਗਾ 46087, ਇਹਨੂੰ ਡਿਵਾਈਡ ਕਰਨੀ ਹੈ ਸੀਗੀ ਆਪਾਂ 356 ਦੇ ਨਾਲ, ਠੀਕ ਆ। ਮੈਂ ਸੋਲਵ ਕਰਕੇ ਰੱਖਿਆ ਹੋਇਆ, ਤੁਸੀਂ ਦੇਖ ਸਕਦੇ ਹੋ, ਠੀਕ ਆ। ਵਨ 6 3 ਆ ਜਿਹੜਾ ਸਾਡਾ ਉਹ ਆਨਸਰ ਆ ਗਿਆ, ਠੀਕ ਆ। ਇੰਨਾ ਮਤਲਬ ਆਪਾਂ